ਧੰਤਾ ਦੇ ਜੋਗ ਚਾਬਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੱਜ ਬੈਠੀ ਖਾਲਸਾ ਸਾਧ ਸੰਗਤ ਜੀਓ, ਆ ਬੜੇ ਭਾਗਾਂ ਵਾਲੇ ਹੋ ਕਿ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹਾਜ਼ਰੀਆਂ ਲਵਾ ਰਹੇ ਹੋ। ਹਾਜ਼ਰੀਆਂ ਤੋਂ ਉਪਰੰਤ ਅੱਜ ਦਾ ਜੋ ਸ਼ਬਦ ਹੈ, ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਜਿਸ ਵੇਲੇ ਕੁਲਛੇਤਰ ਦੀ ਧਰਤੀ 'ਤੇ ਗਏ, ਉੱਥੇ ਸੂਰਜ ਗ੍ਰਹਿਣ ਲੱਗਿਆ ਹੋਇਆ ਸੀ ਪਿਆਰਿਓ। ਉਸ ਵੇਲੇ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਨੇ ਵੱਖਰਾ ਕੌਤਕ ਕੀਤਾ। ਇੱਕ ਸਥਾਨ 'ਤੇ ਬੈਠੇ ਜਿੱਥੇ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਬੈਠੇ ਸਨ, ਉਸ ਸਥਾਨ ਦਾ ਨਾਮ ਹੈ ਸਿੱਧ ਮਾਟੀ। ਉੱਥੇ ਪਿਆਰਿਓ ਇੱਕ ਪਟਨੇ ਤੋਂ ਰਾਜਪੁੱਤਰ ਅਤੇ ਉਸ ਦੀ ਮਾਤਾ ਆਏ। ਉਹਨਾਂ ਦਾ ਜਿਹੜਾ ਰਾਜ ਭਾਗ ਸੀ ਉਹ ਖੁੱਸ ਗਿਆ। ਉਸ ਵੇਲੇ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਉਹਨੇ ਐਸੀ ਇੱਕ ਚੀਜ਼ ਭੇਟਾ ਕੀਤੀ ਜੋ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਨੇ ਉਸ ਵੇਲੇ ਪੰਡਤਾਂ ਨਾਲ ਵਿਚਾਰ ਕੀਤੀ। ਪੰਡਤਾਂ ਨੇ ਆਖਿਆ, ਮਹਾਰਾਜ ਤੁਸੀਂ ਇੱਥੇ ਸੂਰਜ ਗ੍ਰਹਿਣ ਦੇ ਦਿਨ 'ਤੇ ਇੱਥੇ ਮਾਸ ਧਰ ਦਿੱਤਾ। ਪਿਆਰਿਓ ਉਸ ਵੇਲੇ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਨੇ ਉਹਨਾਂ ਨੂੰ ਆਖਣਾ ਕੀਤਾ, ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣਾ। ਪਿਆਰਿਓ ਮਾਸ ਨਾਮ ਹੈ ਮਹੀਨੇ ਦਾ, ਅਤੇ ਮਹੀਨੇ ਦੀਆਂ ਜਿਹੜੀਆਂ ਥਿੱਤਾਂ 12, ਜਿਵੇਂ ਦੁਆਪਰ ਦੇ ਵਿੱਚ ਜਿਸ ਵੇਲੇ ਪਾਂਡਵਾਂ ਨੂੰ 12 ਸਾਲ ਦਾ ਬਨਵਾਸ ਮਿਲਿਆ ਸੀ, ਉਸ ਵੇਲੇ ਕਈ 2 ਥਿੱਤਾਂ ਆ ਜਾਂਦੀਆਂ ਸਨ। ਉਹਨਾਂ ਨੂੰ ਜਦੋਂ ਇੱਕ ਇੱਕ ਥਿੱਤ ਨੂੰ ਕਰਕੇ ਗਿਣਤੀ ਕੀਤੀ ਤਾਂ ਉਸ ਵੇਲੇ 13 ਸਾਲ ਹੋ ਗਏ ਸਨ। ਰਾਜੇ ਵਿਰਾਟ ਕੋਲੇ ਉਹਨਾਂ ਨੇ ਜਿਹੜੇ ਭਾਵ 13 ਸਾਲ ਕੱਟਣੇ ਕੀਤੇ। ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਨੇ ਉਹਨਾਂ ਪੰਡਤਾਂ ਨੂੰ ਦੱਸਿਆ ਸੀ, ਭਾਈ ਮਾਸ ਕਰ ਮੂਰਖ ਝਗੜੇ, ਭਾਵ ਮਾਸ ਮਹੀਨਿਆਂ ਦੀਆਂ ਜਿਹੜੀਆਂ ਥਿੱਤਾਂ 12 ਉਹਨਾਂ ਨੂੰ ਬਣਾਉਣ ਦੇ ਲਈ ਭਾਵ ਤੁਸੀਂ ਨਾਨਾ ਪ੍ਰਕਾਰ ਦੇ ਝਗੜੇ ਕਰਦੇ ਰਹੇ ਹੋ। ਉਸ ਵੇਲੇ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਨੇ ਆਪਣੇ ਮੁਖਾਰਬਿੰਦ ਤੋਂ ਇਹ ਸ਼ਬਦ ਉਚਾਰਨ ਕਰਦੇ ਹਨ, ਪਹਿਲਾ ਮਾਸੋ ਨਿਮਿਆ ਮਾਸਾ ਅੰਦਰ ਬਾਸ। ਪਹਿਲਾ ਭਾਵ ਮਾਸੋ ਮਹੀਨੇ ਧੀ ਆਪ ਜੀ ਦੀ ਨਿਉ ਧਰੀ ਹੈ, ਅਤੇ ਮਾਸਾ ਅੰਦਰ ਬਾਸ, ਮਾਸਾ ਕਹੀਏ ਮਹੀਨੇ ਦੁਆਰਾ ਹੀ ਆਪ ਜੀ ਦਾ ਜਿਹੜਾ ਸਰੀਰ ਦੇ ਵਿੱਚ ਵਾਸਾ ਹੋਇਆ ਹੈ। ਜਿਉ ਪਾਏ ਮਾਸ ਮੁਹ ਮਿਲਿਆ ਹੱਡ ਚੰਮ ਤਨ ਬਾਸ। ਕਹਿੰਦੇ ਜਿਹੜੀ ਜੀਵ ਆਤਮਾ ਪਈ ਹੈ ਉਹ ਭਾਵ ਜਿਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਸਾ ਰਾਗ ਦੇ ਵਿੱਚ ਪਿਆਰਿਓ ਜਿਸ ਵੇਲੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਜਨਮ ਲਿਆ, ਉਸ ਵੇਲੇ ਆਖਿਆ ਸੀਗਾ, ਦਸੀਂ ਮਾਸੀ ਹੁਕਮ ਬਾਲਕ ਜਨਮ ਲਿਆ, ਭਾਵ ਦਸੀਂ ਮਾਸੀ 10 ਮਹੀਨਿਆਂ ਦੇ ਵਿੱਚ ਬਾਲਕ ਹਰਗੋਬਿੰਦ ਸਿੰਘ ਨੇ ਜਨਮ ਲਿਆ। ਉਸ ਦੇ ਅਨੁਸਾਰ ਪਿਆਰਿਓ ਇਹ ਅਰਥ ਕਰ ਰਹੇ ਹਾਂ, ਜਿਉ ਪਾਏ ਮਾਸ ਮੁਹ ਮਿਲਿਆ, ਭਾਵ ਜਿਉ ਆਤਮਾ ਮਾਸ ਮਹੀਨੇ ਦੁਆਰਾ ਮਿਲਿਆ। ਹੱਡ ਚੰਮ ਤਨ ਮਾਸ, ਹੱਡ ਬਣਿਆ, ਚੰਮ ਬਣਿਆ ਅਤੇ ਤਨ ਸਰੀਰ ਮਾਸ ਮਹੀਨੇ ਦੁਆਰਾ ਬਣਿਆ। ਬਾਹਰੋਂ ਮਾਸੋਂ ਬਾਹਰ ਕੱਢਿਆ ਮੰਮਾ ਮਾਸ ਗਰਾਸ। ਪਿਆਰਿਓ ਵੀ ਮਾਸੋਂ ਮਹੀਨੇ ਦੁਆਰਾ ਜਦੋਂ ਬਾਹਰ ਕੱਢਿਆ, ਭਾਵ ਜਦੋਂ 10 ਮਹੀਨੇ ਹੋ ਗਏ ਬਾਹਰ ਆਇਆ, ਮੰਮਾ ਮਾਸ ਗਰਾਸ। ਪਿਆਰਿਓ ਇੱਥੇ 2 ਮੰਮੇ ਹੈ ਵੀ ਮੁਹੰਮਦ ਸਾਹਿਬ ਦਾ ਜੋ ਸਨ ਹੈ ਅਤੇ ਮੋਹਨ ਕ੍ਰਿਸ਼ਨ ਦਾ ਜੋ ਸਨ ਹੈ। ਮਾਸ ਕਹੀਏ ਮਹੀਨੇ ਦੁਆਰਾ, ਗਰਾਸ ਕਹੀਏ 11 ਮਹੀਨੇ। ਪਿਆਰਿਓ 11 ਮਹੀਨੇ ਇਹ ਕਿਸ ਤਰ੍ਹਾਂ ਗਿਣੇ ਗਏ? ਕਬੀਰ ਸਾਹਿਬ ਕੋਲੇ ਜਿਸ ਵੇਲੇ ਬਨਾਰਸ ਕਾਂਸੀ ਦੇ ਵਿੱਚ ਬ੍ਰਾਹਮਣ ਸਮਾਜ ਅਤੇ ਪਿਆਰਿਓ ਪੰਡਤ ਆਏ, ਉਸ ਵੇਲੇ ਕਬੀਰ ਸਾਹਿਬ ਨੇ ਇੱਕ ਸ਼ਬਦ ਉਚਾਰਨ ਕੀਤਾ ਸੀ, ਬ੍ਰਾਹਮਣ ਗਿਆਸ ਕਰਹਿ 24 ਕਾਜੀ ਮਹਿਰਮ ਜਾਨਾ। ਭਾਵ ਬ੍ਰਾਹਮਣਾਂ ਨੇ ਗਿਆਸ ਭਾਵ 11 ਮਹੀਨਿਆਂ ਨੂੰ ਪਾਸੇ ਕਰਕੇ ਇੱਕ ਮਹੀਨਾ 24 ਚੌ ਅਤੇ ਚੌ ਕਹੀਏ 4 ਅਤੇ 20 ਕਾਜੀ ਮਹਿਰਮ ਜਾਨਾ। ਕਾਜ਼ੀਆਂ ਨੇ ਭਾਵ ਰਮਜ਼ਾਨ ਦੇ ਮਹੀਨੇ ਨੂੰ ਮੁੱਖ ਰੱਖਿਆ, ਭਾਵ ਪਿਆਰਿਓ ਰੋਜ਼ੇ ਰੱਖਣਾ ਕੀਤੇ ਹਨ। ਅਤੇ ਉਹਨਾਂ ਦੁਆਰਾ ਕਬੀਰ ਸਾਹਿਬ ਇਹ ਸ਼ਬਦ ਦੁਆਰਾ ਦੱਸ ਰਹੇ ਨੇ, 11 ਮਾਸ ਪਾਸ ਕਾ ਰਾਖਾ ਹੈ, ਭਾਵ 11 ਮਾਸ ਜਿਹੜੇ ਮਹੀਨੇ ਹੈ ਉਸ ਵੇਲੇ ਭਾਵ ਮੁਸਲਮਾਨ ਸਮਾਜ ਨੇ ਤਾਂ ਆਪਣੇ ਰੋਜ਼ੇ ਰੱਖ ਲਏ, ਅਤੇ ਹਿੰਦੂ ਸਮਾਜ ਨੇ ਭਾਵ
11 ਜੋ ਇਕਾਦਸ਼ੀਆਂ ਦਾ ਵਰਤ ਰੱਖਿਆ, ਭਾਵ ਚੌ ਬੀਸਾ ਚੌ ਤੇ 20 24 ਹੋ ਗਏ। ਅਤੇ ਪਿਆਰਿਓ 6 ਇਹਨਾਂ ਨੇ ਭਾਵ ਸ਼ਿਵਰਾਤਰੀ ਦਾ ਵਰਤ, ਨੌਮੀ ਦਾ ਵਰਤ, ਗਣੇਸ਼ ਚਤੁਰਥੀ ਦਾ ਵਰਤ, ਇਸ ਤਰ੍ਹਾਂ ਇਹਨਾਂ ਨੇ ਇੱਕ ਮਹੀਨਾ ਪਾਸੇ ਕੱਢ ਲਿਆ। ਅਤੇ ਭਾਵ ਦੋਨਾਂ ਨੇ, ਮੁਸਲਮਾਨ ਸਮਾਜ ਨੇ ਅਤੇ ਹਿੰਦੂਆਂ ਨੇ ਅੱਡੋ ਅੱਡੀ ਭਾਵ 11 ਮਹੀਨਾ ਤੋਂ ਇੱਕ ਮਹੀਨਾ ਆਪਣੇ ਪਾਸ ਰੱਖ ਲਿਆ। 11 ਮਾਸ ਪਾਸ ਕਾ ਰਾਖਾ ਇੱਕੈ ਮਾਹੇ ਨਿਧਾਨਾ, ਨਿਧਾਨਾ ਨਿਧਾਨ ਹੁੰਦਾ ਖਜ਼ਾਨਾ। ਕਹਿੰਦੇ ਖਜ਼ਾਨਾ ਰੂਪ ਇੱਕ ਭਾਵ ਮੁਸਲਮਾਨ ਸਮਾਜ ਅਤੇ ਹਿੰਦੂਆਂ ਨੇ ਇਹ ਮਾਸ ਮਹੀਨਾ ਆਪਣੇ ਪਾਸ ਰੱਖਿਆ। ਪੜ੍ਹੀਐ ਜੇਤੇ ਬਰਸ ਬਰਸ, ਪੜ੍ਹੀਐ ਜੇਤੇ ਮਾਸ। ਪਿਆਰਿਓ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਨੇ ਵੀ ਉੱਥੇ ਜਿਸ ਵੇਲੇ ਨਾਨੂ ਨਾਲ ਵਿਚਾਰ ਕੀਤੀ ਆ, ਉਦੋਂ ਆਖਿਆ ਭਾਈ ਪੜ੍ਹੀਐ ਜੇਤੇ ਬਰਸ ਬਰਸ, ਭਾਵ ਬਹੁਤੇ ਬਰਸ ਵਿੱਦਿਆ ਪੜ੍ਹਨੀ ਚਾਹੀਦੀ ਹੈ। ਪੜ੍ਹੀਐ ਜੇਤੇ ਮਾਸ, ਭਾਵ ਮਾਸ ਕਹੀਏ ਸਾਰੇ ਮਾਸ ਮਹੀਨਿਆਂ ਦੁਆਰਾ ਜਿਨ੍ਹਾਂ ਚਿਰ ਮਨੁੱਖ ਦੇ ਸਵਾਸ ਹਨ ਉਹਨਾਂ ਚਿਰ ਵਿੱਦਿਆ ਪੜ੍ਹਨੀ ਚਾਹੀਦੀ ਹੈ। 10 ਮਾਸ ਮਾਤਾ ਉਦਰ ਰਾਖੈ, ਲਗਨ ਦੇ ਤਨਾ ਸੇਖ। ਪਿਆਰੋ ਇੱਥੇ ਭਾਈ ਸਾਹਿਬ ਭਾਈ ਕਬੀਰ ਜੀ ਦੱਸ ਰਹੇ ਹਨ ਵੀ 10 ਮਾਸ ਮਾਤਾ ਨੇ ਉਦਰ ਪੇਟ ਦੇ ਵਿੱਚ ਰੱਖਣਾ ਕੀਤਾ, ਅਤੇ ਭਾਵ ਉਹ ਸੇਕ ਨਹੀਂ ਲੱਗਣ ਦਿੰਦੀ, ਕਿਸੇ ਤਰ੍ਹਾਂ ਦੀ ਆਂਚ ਨਹੀਂ ਆਉਣ ਦਿੰਦੀ। ਇਸੇ ਤਰ੍ਹਾਂ ਅਗਲੇ ਸ਼ਬਦ ਦੁਆਰਾ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੱਸ ਰਹੇ ਹਨ, ਦਸੀ ਮਾਸੀ ਹੁਕਮ ਬਾਲਕ ਜਨਮ ਲਿਆ, ਭਾਵ ਦਸੀ ਮਾਸੀ 10 ਮਹੀਨਿਆਂ ਦੁਆਰਾ ਬਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਜਨਮ ਲਿਆ। ਨੌਮੀ ਥਿਤ ਮਧੂ ਮਾਸ ਉਪਨੀਤਾ, ਭਾਵ ਰਾਮਚੰਦਰ ਨੇ ਵੀ ਜੋ ਨੌਮੀ ਥਿਤ ਨੂੰ ਭਾਵ ਮਧੂ ਨਾਮ ਹੁੰਦਾ ਮਿੱਠਾ, ਅਤੇ ਮਾਸ ਉਪਨੀਤਾ ਭਾਵ ਮਾਸ ਜਿਹੜਾ ਚੇਤ ਦਾ ਮਹੀਨਾ ਉਪਨੀਤਾ ਕਹੀਏ ਪਵਿੱਤਰ ਮੰਨਿਆ ਗਿਆ। ਇਸ ਤਰ੍ਹਾਂ ਪਿਆਰੋ ਹੋਰ ਜੋ ਬਹੁਤ ਗ੍ਰੰਥਾਂ ਦੇ ਵਿੱਚ ਜਿਹੜਾ ਮਾਸ ਨੂੰ ਮਹੀਨਾ ਦਰਸਾਇਆ ਗਿਆ। ਚਾਂਦ ਚੌਥ ਕੋ ਦੇਖਿਓ ਮੋਹਨ ਭਾਦਵੋ ਮਾਸ, ਭਾਵ ਜਿਹੜਾ ਜੋ ਚੌਥ ਦੇ ਚੰਦਰਮਾ ਨੂੰ ਭਾਵ ਕ੍ਰਿਸ਼ਨ ਨੂੰ ਕਲੰਕ ਲੱਗਿਆ ਸੀ, ਉਹਦੇ ਦੁਆਰਾ ਇਹ ਸ਼ਬਦ ਦੱਸਿਆ। ਚਾਂਦ ਚੌਥ ਕੋ ਦੇਖਿਓ ਮੋਹਨ ਭਾਦਵੋ ਮਾਸ, ਹਿੰਦੂ ਮਤ ਦੇ ਅਨੁਸਾਰ ਉੱਥੇ ਵੀ ਪਿਆਰਿਓ ਭਾਦਰੋਂ ਦੇ ਮਹੀਨੇ ਨੂੰ ਮਾਸ ਕਰਕੇ ਦਰਸਾਉਣਾ ਕੀਤਾ ਹੈ। ਇਹ ਭਗਵਤ ਪੁਰਾਣ ਦੇ ਵਿੱਚ ਜੋ ਕਥਾ ਆਉਂਦੀ ਹੈ, ਅਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਤਿਹਾਸ ਦੇ ਵਿੱਚ ਆਉਂਦਾ ਹੈ, ਕਿਤਕ ਮਾਸ ਬੀਤੇ ਬਹੁਰ ਬਾਹਰ ਬੂੰਦ ਨਹਿ ਪਾਏ, ਭਾਵ ਜਿਸ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਮਦਮੇ ਦੀ ਧਰਤੀ 'ਤੇ ਬਿਰਾਜਮਾਨ ਸਨ, ਅਤੇ ਡੱਲੇ ਨੂੰ ਆਖਿਆ ਸੀ ਡੱਲਿਆ ਵੇਖ ਕਣਕਾਂ ਖੜੀਆਂ, ਝੋਨਾ ਖੜਾ, ਕਮਾਦ ਖੜਾ। ਉਸ ਵੇਲੇ ਡੱਲੇ ਨੇ ਸਿਰ ਮਾਰਿਆ, ਅਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ ਸੀ ਡੱਲਿਆ ਜੇ ਤੂੰ ਹੁਣ ਕਹਿ ਦਿੰਦਾ ਤਾਂ ਹੁਣ ਇਹ ਸਾਰੀਆਂ ਚੀਜ਼ਾਂ ਬਣ ਜਾਂਦੀਆਂ ਸਨ। ਅਤੇ ਉਸ ਵੇਲੇ ਦਾ ਇਹ ਜੋ ਸ਼ਬਦ ਹੈ ਪਿਆਰੋ, ਕਿਤਕ ਮਾਸ ਬੀਤੇ ਬਹੁਰ ਬਾਰ ਨਹਿ ਬੂੰਦ ਨਹਿ ਪਾਏ, ਭਾਵ ਬਹੁਤੇ ਮਾਸ ਮਹੀਨੇ ਬੀਤਣਾ ਕਰਕੇ ਅਤੇ ਜੋ ਬਾਰਿਸ਼ ਨਾ ਹੋਈ ਉਸ ਦੇ ਪ੍ਰਥਾਏ ਇਤਿਹਾਸ ਦੇ ਵਿੱਚ ਲਿਖਿਆ ਹੈ। ਫਿਰ ਅਗਲੇ ਸ਼ਬਦ ਦੁਆਰਾ ਦੱਸਦੇ ਨੇ ਕਿਤਕ ਮਾਸ ਨਗਨ ਜਬ ਰਹੀ, ਭਾਵ ਮਾਤਾ ਭਾਗੋ ਕਿਤਕ ਮਾਸ ਕਈ ਮਹੀਨੇ ਆਦਿ ਨਗਨ ਰਹੀ। ਫਿਰ ਅਗਲੇ ਸ਼ਬਦ ਦੁਆਰਾ ਇਤਿਹਾਸ ਦੇ ਵਿੱਚ ਹੈ ਕਿਤਕ ਮਾਸ ਸਤਿਗੁਰੂ ਬਤਾਏ, ਭਾਵ ਕਿਤਕ ਮਾਸ ਸਤਿਗੁਰਾਂ ਨੇ ਬਤਾਉਣਾ ਕੀਤੇ, ਭਾਵ ਸਤਿਗੁਰੂ ਸ੍ਰੀ ਗੁਰੂ ਹਰਿਮੰਦਰ ਸਾਹਿਬ ਜੀ ਨੇ ਭਾਈ ਕੇ ਚੱਕ ਗ੍ਰਾਮ ਦੇ ਵਿੱਚ ਬਤਾਉਣਾ ਕੀਤੇ। ਸੱਤਵੇਂ ਪਾਤਸ਼ਾਹ ਨੇ ਪਿਆਰਿਓ ਇਸ ਤਰ੍ਹਾਂ ਜੋ ਮਾਸ ਮਹੀਨੇ ਨੂੰ ਮਹੀਨਿਆਂ ਦੁਆਰਾ ਹੀ ਜੋ ਮਾਸ ਕਿਹਾ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਨੇ, ਉਸ ਦਾ ਖੁਲਾਸਾ ਇਸ ਤਰ੍ਹਾਂ ਹੋਇਆ ਹੈ, ਭਾਵ ਮਹੀਨੇ ਦਾ ਨਾਮ ਹੀ ਮਾਸ ਹੈ। ਇੱਥੇ ਸਤਿਗੁਰਾਂ ਨੇ ਦੱਸਿਆ ਮਾਸੋਂ ਬਾਹਰ ਕੱਢਿਆ, ਭਾਵ ਮਾਸੋਂ ਮਹੀਨੇ ਦੁਆਰਾ ਜਦੋਂ ਭਾਵ ਮਨੁੱਖ ਨੇ ਜਨਮ ਲਿਆ। ਮੰਮਾ ਮਾਸ ਗਰਾਸ, ਕਹਿੰਦੇ ਮੰਮਾ ਮੁਹੰਮਦ ਸਾਹਿਬ ਦੇ ਭਾਵ ਜੋ ਰੋਜ਼ੇ ਨੇ, ਅਤੇ ਹਿੰਦੂ ਸਮਾਜ ਦੀਆਂ ਇਕਾਦਸ਼ੀਆਂ ਭਾਵ ਇਹਨਾਂ ਨੇ ਗਰਾਸ ਭਾਵ 11 ਮਹੀਨੇ ਪਾਸ ਦੂਰ ਕਰਕੇ ਅਤੇ ਇੱਕ ਮਹੀਨੇ ਨੂੰ ਇਹਨਾਂ ਨੇ ਪਵਿੱਤਰ ਜਾਣਨਾ ਕੀਤਾ ਹੈ ਜੀ। ਮੋਹ ਮਾਸੇ ਕਾ ਜੀ ਮਾਸੇ ਕੀ ਮਾਸੈ ਅੰਦਰ ਬਾਸ, ਕਹਿੰਦੇ ਮੂੰਹ ਵੀ ਮਾਸਾ ਮਹੀਨੇ ਦੁਆਰਾ ਬਣਿਆ ਹੈ, ਅਤੇ ਜਿਹੜੀ ਜੀਭ ਹੈ ਜ਼ਬਾਨ ਹੈ ਇਹ ਵੀ ਮਾਸਾ ਭਾਵ ਮਹੀਨੇ ਦੁਆਰਾ ਬਣੀ ਹੈ, ਅਤੇ ਮਾਸਾ
ਅੰਦਰ ਬਾਸ ਮਾਸਾ ਕਹੀਏ ਮਹੀਨਾ ਦੁਆਰਾ ਹੀ ਇਹਦਾ ਜਿਹੜਾ ਮਾਸਾ ਅੰਦਰ ਸਾਸ ਭਾਵ ਮਹੀਨਾ ਦੁਆਰਾ ਹੀ ਇਹਦੇ ਸਰੀਰ ਦੇ ਵਿੱਚ ਜੋ ਭਾਵ ਮਿੱਝ ਚਰਬੀ ਦੇ ਹੱਡ ਆਦਿਕ ਨੇ ਉਹਨਾਂ ਦੇ ਵਿੱਚ ਭਾਵ ਸਵਾਸ ਪਾਏ ਹਨ। ਵਾਹਿਗੁਰੂ ਅਕਾਲ ਪੁਰਖ ਪ੍ਰਮਾਤਮਾ ਨੇ ਵੱਡਾ ਹੋਇਆ ਵਿਆਹਿਆ ਘਰ ਲੈ ਆਇਆ ਮਾਸ। ਜਦੋਂ ਵੱਡੇ ਹੋਏ ਦਾ ਵਿਆਹ ਧਰਿਆ ਉਦੋਂ ਵੀ ਪੱਤਰੀ ਆਦਿਕ ਬਣਾਉਣਾ ਕੀਤੀ ਤੇ ਮਾਸ ਮਹੀਨੇ ਦੇ ਦਿਨ ਤੇ ਥਿੱਤਾ ਵਾਰ ਰੱਖ ਕੇ ਤੇ ਸ਼ਾਦੀ ਦਾ ਦਿਨ ਰਖਾਉਣਾ ਕੀਤਾ। ਮਾਸੋ ਹੀ ਮਾਸ ਉਪਜੈ ਮਾਸੋਂ ਸਭੋ ਸਾਗ। ਕਹਿੰਦੇ ਮਾਸ ਮਹੀਨੇ ਦੁਆਰਾ ਹੀ ਕਹਿੰਦੇ ਸਾਰੇ ਮਾਸ ਮਹੀਨੇ ਉਪਜਿਆ ਪੈਦਾ ਹੁੰਦੇ ਹਨ। ਜਿਵੇਂ ਪਿਆਰਿਓ ਸੰਗਰਾਂਦ ਆ ਗਈ, ਫਿਰ ਮੱਸਿਆ ਆ ਗਈ, ਭਾਵ ਪੁੰਨਿਆ ਆ ਗਈ। ਇਸ ਤਰ੍ਹਾਂ ਦੀਆਂ ਜੋ ਥਿੱਤਾਂ ਹਨ, ਹਨੇਰਾ ਪੱਖ ਆ ਗਿਆ, ਚਾਨਣ ਪੱਖ ਆ ਗਿਆ, ਭਾਵ ਮਾਸ ਮਹੀਨੇ ਦੁਆਰਾ ਹੀ ਦੂਸਰਾ ਮਹੀਨਾ ਉਪਜਾ ਪੈਦਾ ਹੋ ਜਾਂਦਾ ਹੈ। ਮਾਸੋਂ ਸਭੋ ਸਾਗ। ਕਹਿੰਦੇ ਮਾਸੋਂ ਸਭੋ ਸਾਗ ਭਾਵ ਏਕੋਂ ਦੂਜ ਤੀਜ ਇਸ ਤਰ੍ਹਾਂ ਦੇ ਜੋ ਸਾਗ ਸੰਬੰਧੀ ਮਹੀਨੇ ਦੁਆਰਾ ਬਣੀ ਜਾ ਰਹੇ ਹਨ। ਸਤਿਗੁਰੂ ਮਿਲਿਆ ਹੁਕਮ ਬੂਝੀਆ। ਕਹਿੰਦੇ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਨੂੰ ਜਦੋਂ ਨਾਨੂ ਆਦਿਕ ਪੰਡਤ ਮਿਲੇ ਹੈ, ਉਹਨਾਂ ਨੇ ਆਖਿਆ ਭਾਈ ਉਹ ਵਾਹਿਗੁਰੂ ਅਕਾਲ ਪੁਰਖ ਦਾ ਹੁਕਮ ਬੁੱਝ ਕੇ ਜਾਣਨਾ ਕਰੋ ਤਾਂ ਕੋ ਆਵਾ ਰਾਸ। ਤਾਂ ਕੋ ਆਪ ਜੀ ਨੂੰ ਰਾਸ ਆ ਜੂਗਾ, ਪਤਾ ਲੱਗ ਜੂਗਾ ਵੀ ਇਹ ਮਹੀਨਾ ਦੇ ਕੈਲੰਡਰ ਆਦਿਕ ਬਣਦੇ ਹਨ। ਆਪ ਛੁੱਟੇ ਨਹੀਂ ਛੁੱਟੀ ਆਏ ਨਾਨਕ ਬਚਨ ਵਿਨਾਸ਼। ਕਹਿੰਦੇ ਆਪ ਫਿਰ ਥਿੱਤਾਂ 12 ਤੋਂ ਛੁੱਟੇ ਜਾਂਦਾ ਮਨੁੱਖ ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਦੇ ਜੋ ਬਚਨ ਨੇ ਨਾਨਾ ਪ੍ਰਕਾਰ ਦੇ ਵਿਨਾਸ਼ ਨਾਸ਼ ਤੋਂ ਰਹਿਤ ਹਨ। ਮਹੱਲਾ ਪਹਿਲਾ। ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੈ। ਭਾਵ ਪਿਆਰਿਓ ਮਾਸ ਮਹੀਨਿਆਂ ਦੀਆਂ ਥਿੱਤਾਂ 12 ਦੁਆਰਾ ਜਿਸ ਵੇਲੇ ਭਾਵ ਪਾਂਡਵਾਂ ਦਾ ਸਿੱਧ ਕੀਤਾ ਹੈ ਵੀ ਇਹਨਾਂ ਦੇ 13 ਮਹੀਨੇ ਹੋ ਗਏ, ਉਦੋਂ ਥਿੱਤਾਂ 12 ਦੀ ਗਿਣਤੀ ਕਰਕੇ ਭਾਵ ਨਾਨਾ ਪ੍ਰਕਾਰ ਦੀਆਂ ਥਿੱਤਾਂ ਦੇ ਉਸ ਵੇਲੇ ਜੋ ਦਿਨ ਵਾਰ ਗਿਣਤੀ ਕੀਤੀ ਤਾਂ 13 ਵਰਸ ਹੋ ਗਏ ਸਨ। ਕੌਣ ਮਾਸ ਕੌਣ ਸਾਗ ਕਹਾਵੈ ਕਿਸਮੈ ਭਾਵ ਸਮਾਣੇ। ਕੌਣ ਭਾਵ ਮਾਸ ਮਹੀਨਾ ਦੁਆਰਾ ਤੇ ਕੌਣ ਸਾਗ ਕਹੀਏ। ਸਾਗ ਭਾਵ ਸਾਲ ਕਹਾਉਣਾ ਕਰਦਾ ਹੈ। ਕਿਸ ਮਹੀਨੇ ਦੁਆਰਾ ਪਾਪ ਸਮਾਣੈ। ਮਹੀਨੇ ਦੁਆਰਾ ਜਾਂ ਸਾਲ ਦੁਆਰਾ ਕਹਿੰਦੇ ਪਾਪ ਸਮਾਣੇ ਸਮਾਏ ਹੋਏ ਹਨ। ਪਿਆਰਿਓ ਸਾਂਗ ਨਾਮ ਹੈ ਵਰਸ਼ੀ ਦਾ ਵੀ, ਸਾਂਗ ਨਾਮ ਬੱਕਰੇ ਦਾ ਵੀ ਹੈ, ਇੱਥੇ ਸਾਗ ਨਾਮ ਸਬਜ਼ੀ ਦਾ ਵੀ ਹੈ। ਇਸ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਨਾਨੂ ਪੰਡਤ ਨੂੰ ਸਮਝਾ ਰਹੇ ਹਨ। ਗੈਂਡਾ ਮਾਰ ਹੋਮ ਜਗ ਕੀਏ ਦੇਵਤਿਆਂ ਕੀ ਬਾਣੇ। ਭਾਵ ਹੇ ਪੰਡਤੋ ਜਿਹੜਾ ਤੁਹਾਡਾ ਗਿਆਨ ਹੈ ਉਹ ਮਰ ਗਿਆ ਤੇ ਹੋਮ ਜਗ ਕੀਏ ਭਾਵ ਹੋਮ ਆਦਿਕ ਜਗ ਕਰ ਰਹੇ ਹੋ। ਭਾਵ ਜਿਹੜਾ ਤੁਹਾਡਾ ਗੈਂਡਾ ਰੂਪੀ ਗਿਆਨ ਸੀ ਉਹ ਮਰ ਗਿਆ ਤੇ ਭਾਵ ਝੂਠੇ ਧੰਦਿਆਂ ਦੇ ਥਿੱਤਾਂ 12 ਦੇ ਵਿੱਚ ਤੁਸੀਂ ਫਸ ਗਏ। ਦੇਵਤਿਆਂ ਕੀ ਭਾਵ ਜਿਹੜੀ ਦੇਵਤਿਆਂ ਦੀ ਬਾਣ ਸੀ, ਜਿਹੜਾ ਰਸਤਾ ਸੀਗਾ ਉਹ ਤੁਸੀਂ ਭੁੱਲ ਗਏ। ਮਾਸ ਸੋੜ ਬਾਸਨਕ ਫਕੜਾਏ ਰਾਤੀ ਮਾਨ ਸਿਖਾਣੇ। ਭਾਵ ਜਿਵੇਂ ਪਿਆਰਿਓ ਮੁਸਲਮਾਨ ਸਮਾਜ ਦੇ ਰੋਜੇ ਹੈ ਤੇ ਹਿੰਦੂ ਮਤ ਦੀਆਂ ਇਕਾਦਸ਼ੀਆਂ ਹੈ। ਭਾਵ ਇਕਾਦਸ਼ੀ ਨੂੰ ਜੋ ਮੁਸਲਮਾਨ ਸਮਾਜ ਨੇ ਆਖਿਆ ਹੈ ਵੀ ਇਹ ਹਿੰਦੂਆਂ ਨੇ ਇੱਕ ਵੱਖਰਾ ਮਹੀਨਾ ਕੱਢ ਲਿਆ ਤੇ ਜੋ ਰੋਜ਼ਿਆਂ ਦਾ ਦਿਨ ਹੈ ਉਹ ਮੁਸਲਮਾਨਾਂ ਨੇ ਆਪਣਾ ਇੱਕ ਇਹ ਮਾਸ ਮਹੀਨਾ ਪਵਿੱਤਰ ਮੰਨ ਲਿਆ ਜੀ। ਫੜ ਕਰ ਲੋਕਾਂ ਨੂੰ ਦਿਖਲਾਵੇ ਗਿਆਨ ਧਿਆਨ ਨਹੀਂ ਸੂਝਾਏ। ਉਸ ਵੇਲੇ ਪਿਆਰਿਓ ਇਹਨਾਂ ਨੇ ਫੜ ਕਰਕੇ ਦਿਖਾਉਣਾ ਕੀਤਾ ਹੈ ਵੀ ਮੈਂ ਹਿੰਦੂ ਹਾਂ ਤੇ ਇਹ ਮੁਸਲਮਾਨ ਹੈ। ਇਸ ਤਰ੍ਹਾਂ ਵੱਖੋ ਵੱਖਰੇ ਆਪਣੇ ਧਰਮ ਦੇ ਜੋ ਇਹਨਾਂ ਨੇ ਮਹੀਨੇ ਮੁੱਖ ਰੱਖ ਲਏ। ਜਿਵੇਂ ਰਮਜ਼ਾਨ ਦਾ ਮਹੀਨਾ ਮੁਸਲਮਾਨ ਸਮਾਜ ਦੇ ਵਿੱਚ ਬਹੁਤ ਪਵਿੱਤਰ ਆਦਿਕ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਹਿੰਦੂ ਸਮਾਜ ਨੇ ਇਕਾਦਸ਼ੀਆਂ ਦਾ ਜੋ ਵਰਤ ਹੈ ਉਹ ਪਵਿੱਤਰ ਮੰਨਿਆ। ਨਾਨਕ ਅੰਧੇ ਸੋ ਕਿਆ ਕਹੀਐ ਕਹਿ ਨ ਕਹਿਆ ਬੂਝਾ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਭਾਵ ਜਿਹੜਾ ਅੰਧਾ ਭਾਵ ਹਨੇਰਾ ਹੈ ਉਹਨੂੰ ਆਪਾਂ ਕੀ ਕਹੀਏ ਤੇ ਭਾਵ ਕਹਿਆ ਬੂਝਾ ਹੈ। ਬੂਝਾ ਭਾਵ ਗਿਆਨ ਕਿੱਥੋਂ ਉਹਨੂੰ ਪ੍ਰਗਟ ਹੋ ਜਾਂਦਾ ਹੈ। ਅੰਧਾ ਹੋ ਸੋਏ ਜੇ ਅੰਧ ਕਮਾਵੇ ਤਿਸ ਹਿਰਦੇ ਜੇ ਲੋਚਣ ਨਾਹੀਂ। ਭਾਵ ਜਿਹਦੇ ਹਿਰਦੇ ਦੇ ਵਿੱਚ ਲੋਚਣਾ ਪਿਆਰੋ ਅੱਖਾਂ ਹੈ ਨਹੀਂ ਤਾਂ ਉਹ ਅੱਖਾਂ ਦੁਆਰਾ ਕਿਸ ਤਰ੍ਹਾਂ ਵੇਖ ਸਕਦਾ ਹੈ। ਇਸ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਨੇ ਸਾਰੇ
ਮਾਸ ਮਹੀਨਿਆਂ ਦੀ ਪਿਆਰੋ ਗਿਣਤੀ ਕਰ ਰਹੇ ਹਨ ਅਤੇ ਇਤਿਹਾਸ ਦੇ ਵਿੱਚ ਵੀ ਜਿੰਨੇ ਮਾਸ ਮਹੀਨੇ ਆਏ ਹੈ ਉਹ ਵੱਖੋ ਵੱਖਰੇ ਤਰ੍ਹਾਂ ਜੋ ਗੁਰਮੁਖ ਪਿਆਰਿਆਂ ਨੇ ਲਿਖੇ ਹਨ। ਅਤੇ ਗੁਰਬਾਣੀ ਦੇ ਵਿੱਚ ਵੀ ਗੁਣ ਮੰਡੇ ਕਰ ਸੀਲ ਕਿਆਉ ਸਰਮ ਮਾਸ ਆਹਾਰ। ਇੱਥੇ ਪਿਆਰਿਓ ਮਾਸ ਸਰਮ ਨਾਮ ਹੈ ਮਿਹਨਤ ਦਾ ਅਤੇ ਮਾਸ ਨਾਮ ਮਹੀਨੇ ਦਾ ਵੀ ਹੈ। ਮਹੀਨੇ ਦੁਆਰਾ ਭਾਵ ਆਹਾਰ ਕਰਨਾ ਅਤੇ ਮਾਸ ਭਾਵ ਸਰੀਰ ਦੇ ਟੁਕੜਿਆਂ ਨੂੰ ਵੀ ਮਾਸ ਇੱਥੇ ਆਹਾਰ ਕਰਨਾ ਕਹਿ ਦਿੱਤਾ। ਗੁਰਮੁਖ ਪਾਈ ਆਏ ਨਾਨਕਾ ਖਾਧੇ ਜਾਹੇ ਵਿਕਾਰ। ਭਾਵ ਜੋ ਗੁਰੂ ਕੰਨੀ ਮੁਖ ਕਰਕੇ ਭਾਵ ਵਾਹਿਗੁਰੂ ਦਾ ਪਰਮਾਤਮਾ ਦਾ ਨਾਮ ਲੈਂਦਾ ਹੈ ਉਹ ਭਾਵ ਇੱਕ ਦੂਜੇ ਦੇ ਜੋ ਧਰਮਾਂ ਦੇ ਮਹੀਨੇ ਹੈ ਉਹਨਾਂ ਤੋਂ ਦੂਰੀ ਬਣਾ ਕੇ ਆਪ ਦੇ ਮਹੀਨੇ ਨੂੰ ਪਵਿੱਤਰ ਜਾਣ ਕੇ ਉਸ ਵਾਹਿਗੁਰੂ ਨੂੰ ਪਰਮਾਤਮਾ ਨੂੰ ਯਾਦ ਕਰਦਾ ਹੈ। ਗਿਆਨ ਗੁੜ ਸਲਾਹ ਮੰਡੇ ਭਾਵ ਗਿਆਨ ਰੂਪੀ ਜੋ ਗੁੜ ਹੈ ਅਤੇ ਸਲਾਹਤਾ ਰੂਪ ਜੋ ਮੰਡੇ ਭਾਵ ਪਰੌਂਠੇ ਹਨ। ਤਉ ਮਾਸ ਆਹਾਰ ਕਹਿੰਦੇ ਤਉ ਮਾਸ ਸਰੀਰ ਰੂਪੀ ਆਹਾਰ ਹੈ ਅਤੇ ਮਾਸ ਮਹੀਨੇ ਦੁਆਰਾ ਆਹਾਰ ਕਹੀਏ ਭੋਜਨ ਹੈ। 10 ਮਾਸ ਮਾਤਾ 10 ਜਾਬ 10 ਮਾਸ ਉਰਦਮੁਖ ਰਹਿਤਾ ਸੋ ਦਿਨ ਕੈਸੇ ਭੂਲਿਆ। ਪਿਆਰਿਓ ਕਬੀਰ ਸਾਹਿਬ ਇੱਥੇ ਦੱਸ ਰਹੇ ਨੇ ਜਬ 10 ਮਾਸ ਉਧਰ ਉਰਦਮੁਖ ਰਹਿਤਾ ਸੋ ਦਿਨ ਕੈਸੇ ਭੂਲਿਆ। ਭਾਵ ਜਦੋਂ ਪੁੱਠਾ ਲਟਕ ਰਿਹਾ ਸੀ ਮਾਸ ਮਹੀਨੇ ਦੁਆਰਾ ਅਤੇ ਉਸ ਵਾਹਿਗੁਰੂ ਨੂੰ ਪਰਮਾਤਮਾ ਨੂੰ ਤੂੰ ਕਿਸ ਤਰ੍ਹਾਂ ਭੁੱਲ ਗਿਆ। ਹੱਡ ਮਾਸ ਨਾੜੀ ਕੋ ਪਿੰਜਰ ਪੰਖੀ ਵਸਾ ਵਿਚਾਰਾ। ਕਹਿੰਦੇ ਹੱਡ ਅਤੇ ਮਾਸ ਅਤੇ ਨਾੜੀਆਂ ਦਾ ਜਿਹੜਾ ਪਿੰਜਰਾ ਹੈ ਉਹਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਵਸ ਰਿਹਾ ਹੈ। ਪਿਆਰੋ ਕਬੀਰ ਸਾਹਿਬ ਆਖ ਰਹੇ ਹਨ ਬਿੰਦ ਤੇ ਜਨ ਪਿੰਡ ਕੀਆ ਅਗਨ ਕੁੰਡ ਰਹਾਇਆ 10 ਮਾਸ ਮਾਤਾ ਉਦਰ ਰਾਖਿਆ ਬਹੁਰ ਲਾਗੀ ਮਾਇਆ। ਭਾਵ 10 ਮਾਸ ਮਹੀਨਿਆਂ ਦੁਆਰਾ ਉਧਰ ਪੇਟ ਦੇ ਵਿੱਚ ਰੱਖਿਆ ਅਤੇ ਜਦੋਂ ਜਨਮ ਧਾਰਨ ਕੀਤਾ ਉਸ ਵੇਲੇ ਉਹਨੂੰ ਮਾਇਆ ਆਦਿਕ ਲਾਗੀ ਭਾਵ ਸੰਸਾਰੀ ਜਿਹੜੇ ਧੰਦੇ ਹੈ ਉਹ ਲਾਗੇ। ਇਸ ਤਰ੍ਹਾਂ ਪਿਆਰਿਓ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਨੇ ਨਾਨੂ ਪੰਡਤ ਨੂੰ ਸਮਝਾਉਣਾ ਕੀਤਾ ਸੀ ਪਿਆਰਾ ਵੀ ਇਹ ਮਾਸ ਖਾਣ ਵਾਲੀ ਚੀਜ਼ ਨਹੀਂ। ਜੋ ਹਿਰਨ ਕਿਹਾ ਹੈ ਹੇ ਨਾਮ ਹੈ ਹਿਰਦੇ ਦਾ ਅਤੇ ਰਣ ਨਾਮ ਹੈ ਰਣ ਭੂਮੀ ਦਾ। ਰਣ ਭੂਮੀ ਦੇ ਵਿੱਚ ਜਿਹੜੀ ਗਿਆਨ ਗੋਸ਼ਟ ਹੋਈ ਸੀ ਉਹਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਨੇ ਨਾਨੂ ਨੂੰ ਸਿੱਧ ਕਰਕੇ ਦਿਖਾਇਆ ਸੀ ਭਾਈ ਜੋ ਮਹੀਨੇ ਦੀਆਂ ਥਿੱਤਾਂ 12 ਹੈ ਉਹਦਾ ਅਸੀਂ ਇਹ ਜੋ ਆਪ ਜੀ ਦੇ ਨਾਲ ਵਿਚਾਰ ਕੀਤਾ ਹੈ ਉਹ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਨੇ ਆਖਿਆ ਪੜ੍ਹ ਪੜ੍ਹ ਗੱਡੇ ਲੱਦੀ ਹੈ ਪੜ੍ਹ ਪੜ੍ਹ ਭਰੀਆ ਸਾਥ ਪੜ੍ਹ ਪੜ੍ਹ ਪੇੜੀ ਪਾਈ ਹੈ ਪੜ੍ਹ ਪੜ੍ਹ ਗੱਡੀ ਹੈ ਸਾਥ ਪੜ੍ਹੀਆ ਜੇਤੇ ਬਰਸ ਬਰਸ ਪੜ੍ਹੀਆ ਜੇਤੇ ਮਾਸ ਪੜ੍ਹੀਆ ਜੇਤੀ ਆਰਜਾ ਪੜ੍ਹੀਆ ਜੇਤੇ ਸਾਸ ਨਾਨਕ ਲੇਖਾ ਇੱਕ ਗੱਲ ਹੁਰ ਹੋਮਾ ਚਖਣਾ ਝਾਖ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।